ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਮਾਰਚ 'ਚ ICBC ਛੋਟ ਜਾਂਚਾਂ ਦਾ ਕੀਤਾ ਐਲਾਨ। 25,000 ਲੋਕਾਂ ਨੂੰ ਦਿੱਤੇ ਪੈਸੇ। 3.5 ਮਿਲੀਅਨ ਨੂੰ ਜੁਲਾਈ ਦੇ ਅੰਤ 'ਚ ਹੋਵੇਗੀ ਅਦਾਇਗੀ। ਟੋਰਾਂਟੋ ਦੀਆਂ ਸੜਕਾਂ ਤੇ ਸਿੱਧੂ ਮੂਸੇਵਾਲੇ ਲਈ ਪਿਆਰ ਨੂੰ ਬਿਆਨ ਕਰਦਾ ਕਾਲੇ ਮੂਲ ਦਾ ਇੱਕ ਵਿਅਕਤੀ। ਕਾਰ 'ਚ ਮੂਸੇਵਾਲਾ ਦਾ ਗਾਣਾ ਤੇ ਪੋਸਟਰਾਂ ਨਾਲ ਭਰੀ ਕਾਰ ਬਣੀ ਆਕਰਸ਼ਣ ਦਾ ਕੇਂਦਰ। ਕੈਨੇਡਾ 'ਚ ਇਮੀਗ੍ਰੇਸ਼ਨ ਬੈਕਲੌਗ 2.4 ਮਿਲੀਅਨ ਤੱਕ ਪਹੁੰਚਿਆ। TR to PR ਤੇ ਸਿਟੀਜ਼ਨਸ਼ਿਪ ਦੀਆਂ ਸਾਰੀਆਂ ਅਰਜ਼ੀਆਂ ਪੈਂਡਿੰਗ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਜਿਵੇਂ ਹੀ ਗੈਸ ਮਹਿੰਗੀ ਹੋਈ ਤਾਂ ICBC ਦੀਆਂ ਛੋਟ ਜਿਹੜੀਆਂ ਦਿੱਤੀਆਂ ਗਈਆਂ ਨੇ ਉਸ ਨੂੰ ਲੈ ਕੇ ਜਦੋਂ ਡਰਾਈਵਰਾਂ ਤੱਕ ਇਹ ਖਬਰ ਪਹੁੰਚੀ ਤਾਂ ਡਰਾਈਵਰ ਸਾਰੇ ਕਾਫੀ ਖੁਸ਼ ਹੋ ਗਏ ਕਿ ਇਹ ICBC ਦੀ ਛੋਟ ਦੇ ਨਾਲ ਉਹਨਾਂ ਨੂੰ ਫਾਇਦਾ ਹੋਏਗਾ। ਹੁਣ ਤੱਕ ਜਿਹੜੀ ਛੋਟ ਹੈ ਉਹ ਕਾਫੀ ਜ਼ਿਆਦਾ ਰੁਕੀ ਹੋਈ ਸੀ। ਹਾਲਾਂਕਿ ਮਾਰਚ ਦੇ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਕਿ 25,000 ਦੇ ਕਰੀਬ ਜਿਹੜੇ ਲੋਕ ਹੈ ਉਹਨਾਂ ਦੀ ਅਦਾਇਗੀ ਕਰ ਦਿੱਤੀ ਗਈ ਹੈ, ਪਰ 3.5 ਮਿਲੀਅਨ ਲੋਕ ਪਿੱਛੇ ਇਸ ਕੈਟਾਗਰੀ ਦੇ ਵਿੱਚ ਦੇਖੇ ਜਾ ਰਹੇ ਨੇ। ਹਾਲਾਂਕਿ ICBC ਦਾ ਇਹ ਹਵਾਲਾ ਹੈ ਕਿ ਜੁਲਾਈ ਤੱਕ ਇਹਨਾਂ ਸਾਰਿਆਂ ਨੂੰ ਜਿਹੜਾ ਅਦਾਇਗੀ ਹੋ ਜਾਏਗੀ। ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਨੂੰ ਪੰਪ ਤੇ ਵਧੀਆਂ ਕੀਮਤਾਂ ਦੇ ਵਿਚਕਾਰ ਗੈਸ ਛੋੜ ਦਾ ਵਾਅਦਾ ਕਰਨ ਦੇ ਮਹੀਨਿਆਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਉਹਨਾਂ ਦੇ ਪੈਸੇ ਨਹੀਂ ਮਿਲੇ ਨੇ। ਇੱਕ ਮਹੀਨਾ ਪਹਿਲਾਂ ਵੈਨਕੂਵਰ ਦੀ ਰਿਪੋਰਟ ਮਿਲੀ ਸੀ ਕਿ ਲਗਭਗ 24,000 ਲੋਕਾਂ ਦੇ ਕੋਲ ਉਹਨਾਂ ਦੇ ਚੈੱਕ ਸਨ ਤੇ ਉਦੋਂ ਤੋਂ ਇਹ ਗਿਣਤੀ ਬਹੁਤ ਜ਼ਿਆਦਾ ਨਹੀਂ ਵਧੀ ਹੈ। ICBC ਦਾ ਹੁਣ ਕਹਿਣਾ ਹੈ ਕਿ 25,000 ਲੋਕਾਂ ਨੂੰ ਉਹਨਾਂ ਦੇ ਪੈਸੇ ਦਿੱਤੇ ਗਏ ਨੇ। ਇਹ ਉਹ ਸਾਰੇ ਲੋਕ ਨੇ ਜੋ ਆਪਣੇ ਬੀਮੇ ਦਾ ਭੁਗਤਾਨ ਕਰਨ ਲਈ ਸਿੱਧੀ ਜਮ੍ਹਾਂ ਰਕਮ ਦੀ ਵਰਤੋਂ ਕਰਦੇ ਨੇ। ਬਹੁਤ ਸਾਰੇ ਅਜੇ ਵੀ ICBC ਗੈਸ ਰਿਬੇਟ ਚੈੱਕਾਂ ਦੀ ਉਡੀਕ ਕਰ ਰਹੇ ਨੇ। ਸੂਬਾਈ ਵਾਅਦੇ ਦੀ ਅਦਾਇਗੀ ਦੇ ਮਹੀਨਿਆਂ ਬਾਅਦ ਉੱਚ ਗੈਸ ਕੀਮਤਾਂ ਦਾ ਗੈਸ ਸਟੇਸ਼ਨ ਰਿਕਾਰਡ ਲਿਆ ਜਾ ਰਿਹਾ ਹੈ। ਪ੍ਰੋਵਿੰਸ ਨੇ ਪੰਪਾਂ ਤੇ ਵਧੀਆਂ ਕੀਮਤਾਂ ਦੇ ਵਿਚਕਾਰ ਮਾਰਚ ਵਿੱਚ ICBC ਛੋਟ ਜਾਂਚ ਦਾ ਐਲਾਨ ਕੀਤਾ। ਇੱਕ ਮਹੀਨਾ ਪਹਿਲਾਂ ਵੀ ਰਿਪੋਰਟ ਕੀਤੀ ਗਈ ਸੀ ਕਿ ਲਗਭਗ 24,000 ਲੋਕਾਂ ਦੇ ਕੋਲ ਉਹਨਾਂ ਦੇ ਚੈੱਕ ਸਨ ਤੇ ਉਦੋਂ ਤੋਂ ਇਹ ਗਿਣਤੀ ਬਹੁਤ ਜ਼ਿਆਦਾ ਨਹੀਂ ਵਧੀ ਹੈ। ICBC ਦਾ ਹੁਣ ਕਹਿਣਾ ਹੈ ਕਿ 25,000 ਲੋਕਾਂ ਨੂੰ ਉਹਨਾਂ ਦੇ ਪੈਸੇ ਦਿੱਤੇ ਗਏ ਨੇ। ਇਹ ਉਹ ਸਾਰੇ ਲੋਕ ਨੇ ਜੋ ਆਪਣੇ ਬੀਮੇ ਦਾ ਭੁਗਤਾਨ ਕਰਨ ਲਈ ਸਿੱਧੀ ਜਮ੍ਹਾਂ ਰਕਮ ਦੀ ਵਰਤੋਂ ਕਰਦੇ ਨੇ। ਹੋ ਸਕਦਾ ਹੈ ਕਿ ਗਰਮੀਆਂ ਤੱਕ ਕੁਝ ਡਰਾਈਵਰਾਂ ਨੂੰ ICBC ਰਿਬੇਟ ਚੈੱਕ ਨਾ ਮਿਲੇ। ਜਨਤਕ ਬੀਮਾ ਕਰਤਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਡੈਬਿਟ, ਕ੍ਰੈਡਿਟ, ਨਗਦ ਚੈੱਕ ਜਾਂ ਭੁਗਤਾਨ ਯੋਜਨਾ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਇਸ ਹਫ਼ਤੇ ਆਪਣੇ ਚੈੱਕ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਰ ਸ਼ੁੱਕਰਵਾਰ ਸਵੇਰ ਤੱਕ ਅਜੇ ਵੀ ਬਹੁਤ ਸਾਰੇ ਲੋਕ ਇਸ ਤੋਂ ਬਿਨਾਂ ਸਨ। ਕੁੱਲ ਮਿਲਾ ਕੇ ICBC ਦਾ ਕਹਿਣਾ ਹੈ ਕਿ ਉਹ ਅਜੇ ਵੀ ਉਮੀਦ ਕਰਦੇ ਨੇ ਕਿ 3.5 ਮਿਲੀਅਨ BC ਵਾਸੀ ਜੋ ਛੋਟ ਲਈ ਯੋਗ ਹਨ ਨੂੰ ਜੁਲਾਈ ਦੇ ਅੰਤ ਤੱਕ ਇਹ ਮਿਲਣਾ ਚਾਹੀਦਾ ਹੈ। ਇਹ ਮਾਰਚ ਵਿੱਚ ਇਸ ਦੀ ਅਦਾਇਗੀ ਦੇ ਪਹਿਲੇ ਵਾਅਦਿਆਂ ਦੇ ਬਾਵਜੂਦ ਹੈ। ਪ੍ਰੋਵਿੰਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਪੈਸੇ ਮਈ ਵਿੱਚ ਦਿੱਤੇ ਜਾਣੇ ਸ਼ੁਰੂ ਹੋ ਜਾਣਗੇ। ਵਿਕਟੋਰੀਆ ਨੇ ਡਰਾਈਵਰਾਂ ਨੂੰ ਦੇਣ ਲਈ $395 ਮਿਲੀਅਨ ਰੱਖੇ ਹਨ, ਨਿੱਜੀ ਤੇ ਵਪਾਰਕ ਦੋਵਾਂ ਲਈ। ਵਪਾਰਕ ਡਰਾਈਵਰਾਂ ਨੂੰ ਥੋੜਾ ਹੋਰ ਪੈਸਾ ਮਿਲਦਾ ਹੈ ਕਿਉਂਕਿ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹਨਾਂ ਦੇ ਖਰਚੇ ਆਮ ਤੌਰ ਤੇ ਵੱਧ ਹੁੰਦੇ ਨੇ। ਬਾਕੀ ਸਾਰਿਆਂ ਨੂੰ ਲਗਭਗ $110 ਮਿਲਦੇ ਨੇ, ਪਰ ਇਹ ਅਸਪਸ਼ਟ ਹੈ ਕਿ ਇਹ ਪੈਸਾ ਅਸਲ ਵਿੱਚ ਕਿੰਨਾ ਦੂਰ ਜਾਵੇਗਾ ਕਿਉਂਕਿ ਲੋਅਰ ਮੇਨਲੈਂਡ ਤੇ ਗੈਸ ਦੀਆਂ ਕੀਮਤਾਂ ਸਾਰੇ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਸਨ। ਇਸ ਦੌਰਾਨ ਸ਼ੁੱਕਰਵਾਰ ਦੀ ਸਵੇਰ ਨੂੰ ਗੈਸ ਦੀਆਂ ਕੀਮਤਾਂ ਵਿੱਚ ਕੁਝ ਸੈਂਟ ਦੀ ਗਿਰਾਵਟ ਆਈ, ਪਰ ਉਦਯੋਗ ਦੇ ਇੱਕ ਅੰਦਰੂਨੀ ਵਿਅਕਤੀ ਨੂੰ ਸਮੁੱਚੇ ਤੌਰ ਤੇ ਕੀਮਤਾਂ ਵਿੱਚ ਬਹੁਤ ਜ਼ਿਆਦਾ ਤਬਦੀਲੀ ਦੀ ਉਮੀਦ ਨਹੀਂ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੇ ਪੱਧਰ ਇਸ ਸਮੇਂ ਇੱਕ ਫ੍ਰੀ ਫਾਲ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕੈਨੇਡਾ ਦੇ ਵਿੱਚ ਇਸ ਵੇਲੇ ਬੈਕਲੌਗ ਦੀ ਗੱਲ ਕਰ ਲਈਏ, ਯਾਨੀ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦੀ ਗੱਲ ਕਰ ਲਈਏ ਤਾਂ 2.4 ਮਿਲੀਅਨ ਇਹ ਬੈਕਲੌਗ ਹੋ ਰੱਖਿਆ ਹੈ। ਇਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਇੱਕ ਤਾਂ ਅਧਿਕਾਰੀ ਬਾਰ-ਬਾਰ ਤਬਦੀਲ ਹੋਣਾ, ਇੱਕ ਜਿਹੜੇ ਅਸੈਂਸ਼ੀਅਲ ਕੰਮ ਸੀਗੇ ਉਹ ਕਾਫੀ ਹੱਦ ਤੱਕ ਨਾ ਮਿਲਣਾ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। TR to PR ਸਿਟੀਜ਼ਨਸ਼ਿਪ ਸਾਰੀਆਂ ਅਰਜ਼ੀਆਂ ਜਿਹੜੀਆਂ ਨੇ ਇਸ ਵੇਲੇ ਪੈਂਡਿੰਗ ਨੇ, ਕਤਾਰ ਦੇ ਵਿੱਚ ਨੇ। ਕਈ ਸਾਲਾਂ ਤੋਂ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਪਈਆਂ ਹੋਈਆਂ ਨੇ ਉਹ ਬਕਾਇਦਾ ਫੋਨ ਕਰਦੇ ਨੇ ਹੈਲਪਲਾਈਨ ਦੇ ਉੱਤੇ, ਜਿਨ੍ਹਾਂ ਨੂੰ ਕਦੀ ਵੀ ਕੋਈ ਵਾਜਿਬ ਜਵਾਬ ਨਹੀਂ ਮਿਲ ਰਿਹਾ। ਲੋਕਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਤਣਾਅ ਇਸ ਨਾਲ ਪੈਦਾ ਹੋ ਰਿਹਾ ਹੈ। ਕੁਝ ਲੋਕਾਂ ਨੇ ਰਿਪੋਰਟ ਕੀਤੀ ਪਾਕਿਸਤਾਨ ਤੋਂ, ਕੁਝ ਨੇ ਭਾਰਤ ਤੋਂ, ਕਿ ਜਿਨ੍ਹਾਂ ਨੇ ਅਰਜ਼ੀਆਂ ਲਗਾਈਆਂ ਹੋਈਆਂ ਨੇ ਉਹਨਾਂ ਦੀ ਐਪਲੀਕੇਸ਼ਨ ਸੰਬੰਧੀ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ, ਔਰ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਇਸ ਵੇਲੇ ਦਾਅ 'ਤੇ ਲਗਾਇਆ ਹੋਇਆ ਕੈਨੇਡਾ ਆਉਣ ਦੇ ਲਈ। ਅਜਿਹੇ ਦੇ ਵਿੱਚ IRCC ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹ ਬੈਕਲੌਗ ਚਿੰਤਾ ਦਾ ਕਾਰਨ ਹੈ, ਪਰ ਇਸ ਨੂੰ ਜਲਦੀ ਪੂਰ ਲਿਆ ਜਾਏਗਾ, ਪਰ ਇਸ ਵਿੱਚ ਸਮਾਂ ਜ਼ਰੂਰ ਲੱਗੇਗਾ। ਹਾਲਾਂਕਿ ਕਈ ਵਕੀਲ ਅਜਿਹੇ ਨੇ ਜਿਨ੍ਹਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਆਪਣੇ 16 ਸਾਲਾਂ ਦੇ ਕਰੀਅਰ ਦੇ ਵਿੱਚ ਅਜਿਹਾ ਬੈਕਲੌਗ ਕਦੀ ਨਹੀਂ ਦੇਖਿਆ। ਕੈਨੇਡਾ ਵਿੱਚ ਇਮੀਗ੍ਰੇਸ਼ਨ ਬੈਕਲੌਗ 2.4 ਮਿਲੀਅਨ ਲੋਕਾਂ ਤੱਕ ਪਹੁੰਚ ਗਿਆ। 2,50,000 ਤੋਂ ਵੱਧ ਅਰਜ਼ੀਆਂ ਨੇ ਇਕੱਲੇ ਇੱਕ ਮਹੀਨੇ ਦੀ ਮਿਆਦ ਵਿੱਚ ਇਸ ਦੇ ਢੇਰ ਨੂੰ ਜੋੜਿਆ। ਇਹ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ IRCC ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੈ ਕਿ ਜਿਸ ਵਿੱਚ TR to PR ਤੇ ਸਿਟੀਜ਼ਨਸ਼ਿਪ ਅਰਜ਼ੀਆਂ ਨੇ। ਇਮੀਗ੍ਰੇਸ਼ਨ ਵਕੀਲ ਨੇ ਕਿਹਾ ਹੈ ਕਿ ਮੈਂ ਆਪਣੇ 16 ਸਾਲਾਂ ਵਿੱਚ ਇਸ ਤਰ੍ਹਾਂ ਦੇ ਬੈਕਲੌਗ ਨਹੀਂ ਦੇਖੇ। ਮਹਾਮਾਰੀ ਤੋਂ ਪਹਿਲਾਂ ਚੀਜ਼ਾਂ ਚੰਗੀ ਤਰ੍ਹਾਂ ਚੱਲ ਰਹੀਆਂ ਨੇ। ਵਧੇ ਹੋਏ ਬੈਕਲੌਗ ਨੇ ਪਹਿਲਾਂ ਹੀ
IRCC ਤੋਂ ਐਪਲੀਕੇਸ਼ਨ ਅਪਡੇਟ ਪ੍ਰਾਪਤ ਕਰਨ ਦੀ ਉਡੀਕ ਕਰਨ ਵਾਲਿਆਂ ਲਈ ਨਿਰਾਸ਼ਾ ਪੈਦਾ ਕੀਤੀ ਹੈ। ਹਾਲ ਹੀ ਦਾ ਡੇਟਾ ਸਿਰਫ ਐਪਲੀਕੈਂਟ ਮੋਰੇ ਹੋਰ ਸਵਾਲ ਰੱਖ ਰਿਹਾ ਹੈ। ਦੁਨੀਆ ਭਰ ਦੇ ਵਿੱਚ ਇਮੀਗ੍ਰੈਂਟਸ ਪਾਲਿਸੀਆਂ ਦੇ ਵਿੱਚ ਸੰਸਾਰ ਦੇ ਚਾਰੇ ਪਾਸੇ ਕੈਨੇਡਾ ਵਿੱਚ ਮਹਾਮਾਰੀ ਤੋਂ ਬਾਅਦ ਬੈਕਲੌਗ ਦੇ ਵਿੱਚ ਇੱਕ ਉੱਪਰੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਵਕੀਲ ਨੇ ਕਿਹਾ ਹੈ ਕਿ ਪ੍ਰੋਸੈਸਿੰਗ ਦੇ ਸਮੇਂ ਨੂੰ ਬਦਲਣਾ ਪਰਿਵਾਰਾਂ ਤੇ ਇੱਥੋਂ ਤੱਕ ਕਿ ਕਾਰੋਬਾਰਾਂ ਨੂੰ ਸਮੇਂ ਤੋਂ ਪਹਿਲਾਂ ਕੁਝ ਵੀ ਯੋਜਨਾ ਬਣਾਉਣ ਤੋਂ ਰੋਕ ਰਿਹਾ ਹੈ। ਉਹਨਾਂ ਕਿਹਾ ਕਿ ਜੇ ਤੁਸੀਂ ਭਾਰਤ ਤੋਂ ਬਾਹਰ ਹੁਣ ਧਿਆਨ ਮਾਰੋ ਆਨਲਾਈਨ ਤਾਂ ਪ੍ਰੋਸੈਸਿੰਗ ਦੇ ਵਿੱਚ 1 ਸਾਲ ਦਾ ਸਮਾਂ ਦਿਖਾਈ ਦੇ ਰਿਹਾ ਹੈ। ਸਮੱਸਿਆ ਦਾ ਇੱਕ ਹਿੱਸਾ ਜਿਸ ਦਾ ਉਹਨਾਂ ਧਿਆਨ ਦਿੱਤਾ ਹੈ ਉਹ ਇਹ ਹੈ ਕਿ IRCC ਨੂੰ ਅਫਗਾਨਿਸਤਾਨ ਦੇ ਪਤਨ ਤੇ ਫਿਰ ਮਹਾਮਾਰੀ ਤੋਂ ਇੱਕ ਵੱਡੇ ਪ੍ਰਭਾਵ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਦੱਸਿਆ COVID-19 ਦੌਰਾਨ IRCC ਸਟਾਫ ਨੂੰ ਜ਼ਰੂਰੀ ਕਾਮੇ ਨਹੀਂ ਮੰਨਿਆ ਗਿਆ, ਇਸ ਲਈ ਬੈਕਲੌਗ ਵਧਣ ਲੱਗੇ। ਹੁਣ ਯੂਕਰੇਨ ਯੁੱਧ ਦੇ ਨਾਲ ਵਿਸ਼ਾਲ ਬੈਕਲੌਗ ਹੈ। 17 ਮਾਰਚ ਤੋਂ 8 ਜੂਨ 2022 ਦੇ ਵਿਚਕਾਰ ਪ੍ਰੋਗਰਾਮ ਦੇ ਤਹਿਤ 2,96,163 ਅਰਜ਼ੀਆਂ ਪ੍ਰਾਪਤ ਹੋਈਆਂ। ਜ਼ਿਆਦਾਤਰ ਲੋਕਾਂ ਦੇ ਲਈ ਲੰਬੀ ਦੇਰੀ ਨੇ ਉਹਨਾਂ ਦੇ ਜੀਵਨ ਦੇ ਫੈਸਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਉਹ ਕਿਸੇ ਹੋਰ ਦੇਸ਼ ਦੇ ਵਿੱਚ ਉਡੀਕ ਕਰਦੇ ਰਹਿੰਦੇ ਨੇ। ਕਈਆਂ ਨੇ ਪਾਕਿਸਤਾਨ ਤੋਂ 2020 ਦੇ ਵਿੱਚ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਦੇ ਲਈ ਅਰਜ਼ੀ ਦਿੱਤੀ ਸੀ ਤੇ ਇਹ ਅਪਡੇਟ ਪ੍ਰਾਪਤ ਕਰਨ ਦੀ ਉਡੀਕ ਕਰ ਰਿਹਾ ਸੀ। ਉਹਨਾਂ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਤੱਕ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਏਗਾ। ਉਹਨਾਂ ਕਿਹਾ ਕਿ ਪ੍ਰੋਸੈਸਿੰਗ ਦੇ ਵਿੱਚ ਇੰਨੀ ਦੇਰੀ ਹੋਣ ਦੇ ਨਾਲ ਸਾਡੀ ਜ਼ਿੰਦਗੀ ਰੁਕ ਗਈ ਹੈ। ਨਾਲ ਹੀ ਕਈਆਂ ਨੇ ਕਿਹਾ ਸਬਮਿਸ਼ਨ ਦੇ ਸਮੇਂ ਅਨੁਮਾਨਿਤ ਪ੍ਰੋਸੈਸਿੰਗ ਸਮਾਂ 6 ਮਹੀਨੇ ਸੀ। ਵਾਰ-ਵਾਰ ਈਮੇਲਾਂ ਦੇ ਬਾਵਜੂਦ ਉਹਨਾਂ ਦੀ ਅਰਜ਼ੀ ਦਾ ਜਵਾਬ ਨਹੀਂ ਦਿੱਤਾ ਜਾਂਦਾ, ਜਿਸ ਤੇ ਕਈ ਲੋਕਾਂ ਨੇ ਕਿਹਾ ਕਿ IRCC ਹੈਲਪਲਾਈਨ ਕੈਨੇਡਾ ਤੋਂ ਬਾਹਰ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਦਾ। ਕੁਝ ਅਦਾਰਿਆਂ ਨੇ IRCC ਨਾਲ ਸੰਪਰਕ ਕੀਤਾ, ਜਿਸ ਤੇ IRCC ਦੇ ਸੰਚਾਰ ਅਧਿਕਾਰੀ ਜੈਫਰੀ ਮੈਕਡੋਨਲਡ ਨੇ ਕਿਹਾ ਕਿ ਸਿਹਤ ਤੇ ਯਾਤਰਾ ਪਾਬੰਦੀਆਂ ਲਾਗੂ ਹੋਣ ਦੇ ਦੌਰਾਨ ਐਪਲੀਕੇਸ਼ਨ ਚੀਜ਼ਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗੇਗਾ। ਮੈਕਡੋਨਲਡ ਨੇ ਕਿਹਾ ਹੈ ਕਿ IRCC ਵਿਸ਼ਵ ਪੱਧਰ ਤੇ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਨ ਲਈ ਇੱਕ ਵਧੇਰੇ ਆਧੁਨਿਕੀਕਰਨ ਤੇ ਧਿਆਨ ਕੇਂਦਰਿਤ ਵਾਤਾਵਰਣ ਵੱਲ ਵਧ ਰਹੇ ਨੇ। ਸੰਚਾਰ ਤੇ ਪਾਰਦਰਸ਼ਤਾ ਦੀ ਘਾਟ ਕਾਰਨ ਨਿਰਾਸ਼ ਲੋਕਾਂ ਵਿੱਚ ਕਈ ਹੋਰ ਕੈਟਾਗਰੀਆਂ ਸ਼ਾਮਿਲ ਨੇ। ਕਈ ਲੋਕ IRCC ਹੈਲਪਲਾਈਨ ਤੇ ਕਾਲ ਕਰਕੇ ਅੱਕ ਚੁੱਕੇ ਨੇ ਕਿਉਂਕਿ ਕੋਈ ਜਵਾਬ ਨਹੀਂ ਮਿਲਦਾ। ਕੈਨੇਡਾ ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਪ੍ਰੋਸੈਸਿੰਗ ਤੇ ਨਿਪਟਾਰੇ ਦੇ ਵਿੱਚ ਸਹਾਇਤਾ ਕਰਨ ਦੇ ਲਈ ਸਰਕਾਰ ਨੇ 5 ਸਾਲਾਂ ਵਿੱਚ $2.1 ਬਿਲੀਅਨ ਤੇ ਬਜਟ 2022 ਵਿੱਚ ਐਲਾਨੇ ਗਏ ਨਵੇਂ ਫੰਡਿੰਗ ਵਿੱਚ $317.6 ਮਿਲੀਅਨ ਦੀ ਵਚਨਬੱਧਤਾ ਕੀਤੀ ਹੈ। 2021 ਆਰਥਿਕ ਤੇ ਵਿੱਤੀ ਅਪਡੇਟ ਤੋਂ $85 ਮਿਲੀਅਨ ਦੀ ਵਾਧੂ ਫੰਡਿੰਗ ਦੇ ਨਾਲ IRCC ਨਵੇਂ ਪ੍ਰੋਸੈਸਿੰਗ ਸਟਾਫ ਦੀ ਭਰਤੀ ਐਪਲੀਕੇਸ਼ਨਾਂ ਨੂੰ ਡਿਜੀਟਲਾਈਜ਼ ਕਰਨ ਤੇ ਡਿਜੀਟਲ ਇਨਟੇਕ ਤੇ ਐਡਵਾਂਸ ਵਿਸ਼ਲੇਸ਼ਣ ਵਰਗੇ ਤਕਨੀਕੀ ਆਧਾਰਿਤ ਹੱਲਾਂ ਨੂੰ ਲਾਗੂ ਕਰਕੇ ਮਹਾਮਾਰੀ ਦੌਰਾਨ ਇਕੱਠੀਆਂ ਹੋਈਆਂ ਐਪਲੀਕੇਸ਼ਨ ਵਸਤੂਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅਫਗਾਨਿਸਤਾਨ ਤੋਂ ਕਈ ਰਿਫਿਊਜੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਏ, ਜਿਨ੍ਹਾਂ ਨੂੰ ਇੱਕ ਹੋਟਲ ਨੀਲੋਫਰ ਦੇ ਵਿੱਚ ਰੱਖਿਆ ਗਿਆ, ਪਰ ਉੱਥੋਂ ਕਈ ਲੋਕਾਂ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਸਟਕ ਨੇ ਉਹਨਾਂ ਹੋਟਲਾਂ ਦੇ ਵਿੱਚ। ਨਾ ਤਾਂ ਉਹਨਾਂ ਨੂੰ ਕਿਤੇ ਜਾਣ ਦੀ ਆਜ਼ਾਦੀ ਹੈ, ਖਾਣਾ ਤੱਕ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਕਮਰੇ ਦੇ ਵਿੱਚ ਨਹੀਂ ਲਿਆ ਸਕਦੇ, ਬੰਦ ਕਮਰਿਆਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ। ਆਪਣੀ ਲੌਬੀ ਦੇ ਵਿੱਚ ਕੌਫੀ ਤੱਕ ਉਹ ਖੜੇ ਹੋ ਕੇ ਨਹੀਂ ਪੀ ਸਕਦੇ। ਸੋ ਇਹ ਤਮਾਮ ਗੱਲਾਂ ਉਹਨਾਂ ਨੇ ਕਹੀਆਂ ਤੇ ਕਈ ਅਜਿਹੇ ਬੱਚੇ ਨੇ ਜਿਨ੍ਹਾਂ ਨੇ ਜਿਹੜੇ ਸਕੂਲ ਜਾਣ ਦੀ ਉਡੀਕ ਦੇ ਵਿੱਚ ਨੇ, ਸਰਕਾਰੀ ਰਾਹਤ ਦਾ ਇੰਤਜ਼ਾਰ ਕਰ ਰਹੇ ਨੇ, ਪਰ ਅਜੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਰਕੇ ਕਈ ਪਰਿਵਾਰਾਂ ਨੇ ਇਸ ਦੀ ਸ਼ਿਕਾਇਤ ਕੀਤੀ ਤੇ ਉਹ ਕਹਿੰਦੇ ਨੇ ਕਿ ਸਾਨੂੰ ਨਰਕ ਵਰਗਾ ਅਜੇ ਵੀ ਮਹਿਸੂਸ ਹੋ ਰਿਹਾ ਹੈ। ਬਹੁਤ ਸਾਰੇ ਅਫਗਾਨਿਸਤਾਨ ਤੋਂ ਆਏ ਸ਼ਰਨਾਰਥੀ ਪਰਿਵਾਰ ਅਜੇ ਵੀ ਇੱਕ ਹੋਟਲ ਤੋਂ ਦੂਜੇ ਹੋਟਲ ਵਿੱਚ ਹੀ ਬਦਲ ਰਹੇ ਨੇ। ਉਹ ਆਪਣੇ ਆਪ ਨੂੰ ਧਰਤੀ ਤੇ ਨਰਕ ਦੇ ਵਿੱਚ ਫਸੇ ਹੋਣ ਵਰਗਾ ਮਹਿਸੂਸ ਕਰ ਰਹੇ ਨੇ। 10 ਮਹੀਨਿਆਂ ਤੋਂ ਕਈ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਉਹ ਹੋਟਲ ਦੇ ਕਮਰੇ ਦੇ ਵਿੱਚ ਨੇ। ਕਈਆਂ ਦੇ ਭੈਣ ਭਰਾ, ਮਾਤਾ ਪਿਤਾ, ਕਿਸੇ ਨੂੰ ਕੁਝ ਪਤਾ ਨਹੀਂ ਕਿ ਉਹ ਅੱਗੇ ਕੀ ਕਰਨ। ਕੋਈ ਸਕੂਲ, ਕੋਈ ਸਰਕਾਰੀ ਸਹਾਇਤਾ ਸਪਸ਼ਟ ਨਹੀਂ ਹੈ। ਉਹਨਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੈ। ਉਹ ਆਪਣੇ ਆਪ ਨੂੰ ਅਸਲ ਦੇ ਵਿੱਚ ਜੇਲ੍ਹ ਵਿੱਚ ਵਰਗਾ ਮਹਿਸੂਸ ਕਰਦੇ ਨੇ। ਉਹ ਅਗਸਤ ਦੇ ਅਖੀਰ ਦੇ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜ ਗਏ, ਇਸ ਉਮੀਦ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਉਹ ਸੁਰੱਖਿਅਤ ਰਹਿਣਗੇ ਤੇ ਬਿਹਤਰ ਜ਼ਿੰਦਗੀ ਪ੍ਰਾਪਤ ਕਰਨਗੇ। ਪਰ ਬੇਸ਼ੱਕ ਉਹ ਕੈਨੇਡਾ ਆ ਗਏ, ਪਰ ਅਜੇ ਤੱਕ ਉਹਨਾਂ ਦਾ ਸੁਪਨਾ ਸੱਚਾ ਨਹੀਂ ਹੋਇਆ। ਉਹਨਾਂ ਕਿਹਾ ਚੀਜ਼ਾਂ ਮੁਸ਼ਕਿਲ ਰਹੀਆਂ ਨੇ। ਇਹ ਤੱਥ ਅਸੀਂ ਕੰਮ ਕਰਨਾ ਚਾਹੁੰਦੇ ਸੀ, ਸਕੂਲ ਜਾਣਾ ਚਾਹੁੰਦੇ ਸੀ। ਹੋਟਲ ਨੀਲੋਫਰ ਵਿਖੇ ਸ਼ਰਨਾਰਥੀ ਪਰਿਵਾਰ ਪਾਬੰਦੀਸ਼ੁਦਾ ਨਿਯਮਾਂ ਦੇ ਅਧੀਨ ਰਹਿਣ ਨਾਮਕ ਸੀਮਿਤ ਨੇ। ਵਲੰਟੀਅਰਾਂ ਤੇ ਸ਼ਰਨਾਰਥੀਆਂ ਦਾ ਵਰਣਨ ਹੈ ਕਿ 5 ਬਾਲਗਾਂ ਨੂੰ ਮਹੀਨਿਆਂ ਦੇ ਲਈ ਇੱਕ ਛੋਟੇ ਕਮਰੇ ਦੇ ਵਿੱਚ ਸੀਮਿਤ ਰੱਖਿਆ ਗਿਆ ਤੇ ਉਹਨਾਂ ਦੇ ਕਮਰਿਆਂ ਵਿੱਚ ਖਾਣਾ ਖਾਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾ ਰਹੀ। ਇਹ ਇੱਕ ਅਜਿਹਾ ਹੋਟਲ ਹੈ ਜਿਸ ਦੇ ਵਿੱਚ ਸ਼ਰਨਾਰਥੀ ਰਹਿੰਦੇ ਨੇ। ਕਈਆਂ ਨੇ ਦੱਸਿਆ ਕਿ ਉਹਨਾਂ ਨੂੰ ਖਾਸ ਪਾਬੰਦੀਆਂ ਨੇ, ਜਿਵੇਂ ਕਿ ਉਹ ਜਿਮ, ਸਵਿਮਿੰਗ ਪੂਲ ਜਾਂ ਫਿਰ ਲੌਬੀ ਦੇ ਵਿੱਚ ਕੌਫੀ ਨਹੀਂ ਪੀ ਸਕਦੇ। ਉਹਨਾਂ ਲਈ ਨਿਯਮਾਂ ਵਾਲਾ ਇੱਕ ਕਾਗਜ਼
ਭੇਜਿਆ ਜਾਂਦਾ ਹੈ। ਇਸ ਲਈ ਹੋਰ ਮਹਿਮਾਨਾਂ ਨੂੰ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ ਤੇ ਉਹ ਇਸ ਵਿੱਚ ਨਹੀਂ ਹੈ। ਉਹਨਾਂ ਨੂੰ ਰੋਟੀ ਲਿਆਉਣ ਲਈ ਕਮਰੇ ਤੱਕ ਦੀ ਇਜਾਜ਼ਤ ਲੈਣੀ ਪੈਂਦੀ ਹੈ। ਇਹ ਅਲੱਗ-ਥਲੱਗ ਵਰਗਾ ਹੈ। ਅਸਲ ਵਿੱਚ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਕਿਵੇਂ ਹੋ ਰਿਹਾ ਹੈ ਤੇ ਇਹ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਕੁਝ ਮਿੰਟਾਂ ਦੀ ਦੂਰੀ ਤੇ ਹੈ, ਜਿੱਥੇ ਉਹ ਕਈ ਮਹੀਨੇ ਪਹਿਲਾਂ ਉਤਰੇ ਸਨ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਦੇ ਵਿੱਚ ਮੰਕੀ ਪੌਕਸ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ, ਯਾਨੀ ਕਿ ਕੁੱਲ ਮਿਲਾ ਕੇ 2 ਮਾਮਲੇ ਜਿਹੜੇ BC ਦੇ ਵਿੱਚ ਇਸ ਵੇਲੇ ਹੋ ਗਏ ਨੇ। ਹੈਲਥ ਕੈਨੇਡਾ ਨੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਓਵਰਆਲ ਕੈਨੇਡਾ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਜਾਏ ਤਾਂ 168 ਮੰਕੀ ਪੌਕਸ ਦੇ ਮਾਮਲੇ ਦੱਸੇ ਜਾ ਰਹੇ ਨੇ। ਫਿਲਹਾਲ ਇਸ ਸੰਬੰਧੀ ਬਾਰ-ਬਾਰ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਤੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਇਸ ਰਿਪੋਰਟ ਦੇ ਵਿੱਚ ਵੀ ਦੱਸਾਂਗੇ ਕਿ ਉਹ ਚੀਜ਼ਾਂ ਨਾ ਕਰੋ ਤੇ ਜਿਹੜੇ ਲੋਕ ਕਿਸੇ ਵੀ ਸੰਪਰਕ ਦੇ ਵਿੱਚ, ਨਜ਼ਦੀਕੀ ਸੰਪਰਕ ਦੇ ਵਿੱਚ ਆ ਰਹੇ ਨੇ ਕਿਸੇ ਮੰਕੀ ਪੌਕਸ ਮਾਮਲੇ ਵਾਲੇ ਦੇ, ਉਹ ਵੀ ਹੋ ਸਕਦਾ ਹੈ ਇਸ ਦੇ ਨਾਲ ਜਿਹੜਾ ਪੀੜਤ ਹੋ ਸਕਦੇ ਨੇ। ਸੋ ਕੋਸ਼ਿਸ਼ ਕਰੋ ਕਿ ਮੰਕੀ ਪੌਕਸ ਜਿਨ੍ਹਾਂ ਨੂੰ ਮਹਿਸੂਸ ਹੋ ਰਿਹਾ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਸਰੀਰ ਦੇ ਉੱਤੇ ਤੱਫੜ ਪੈ ਰਹੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਵਿੱਚ ਅਜਿਹੇ ਉਹਨਾਂ ਨੂੰ ਦਿਖਾਈ ਦੇ ਰਹੇ ਨੇ ਲੱਛਣ, ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰੋ। BC ਨੇ ਮੰਕੀ ਪੌਕਸ ਦੇ ਦੂਜੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਹੈਲਥ ਕੈਨੇਡਾ ਦੇ ਮੁਤਾਬਕ ਸ਼ੁੱਕਰਵਾਰ ਨੂੰ ਪੋਸਟ ਕੀਤੇ ਗਏ ਇੱਕ ਨੋਟਿਸ ਮੁਤਾਬਕ 6 ਜੂਨ ਨੂੰ ਇਸ ਸੂਬੇ ਦੇ ਵਿੱਚ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ BC ਵਿੱਚ ਹੁਣ 2 ਕੇਸ ਹੋ ਗਏ ਨੇ। ਪੂਰੇ ਕੈਨੇਡਾ ਵਿੱਚ ਵਾਇਰਸ ਦੇ 168 ਪੁਸ਼ਟੀ ਕੀਤੇ ਕੇਸ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਮਰੀਜ਼ 141 ਦੇ ਨਾਲ ਕਿਊਬਿਕ ਦੇ ਵਿੱਚ ਨੇ। ਓਨਟਾਰੀਓ ਵਿੱਚ 21 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਐਲਬਰਟਾ ਦੇ ਵਿੱਚ 4 ਨੇ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਕੈਨੇਡਾ ਵਿੱਚ ਮੰਕੀ ਪੌਕਸ ਦੇ ਮਾਮਲਿਆਂ ਦੀ ਜਾਂਚ ਕਰਨ ਦੇ ਲਈ ਸੂਬਾਈ ਤੇ ਖੇਤਰੀ ਜਨਤਕ ਸਿਹਤ ਭਾਈਵਾਲਾਂ ਦੇ ਨਾਲ ਕੰਮ ਕਰ ਰਹੀ ਹੈ। ਜਿਵੇਂ ਹੀ ਜਾਂਚ ਦਾ ਵਿਕਾਸ ਹੁੰਦਾ ਹੈ, ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕੈਨੇਡਾ ਵਿੱਚ ਹੋਰ ਕੇਸਾਂ ਦੀ ਰਿਪੋਰਟ ਕੀਤੀ ਜਾਏਗੀ। ਮੰਕੀ ਪੌਕਸ ਜ਼ਖਮਾਂ ਤੇ ਬਿਸਤਰੇ ਜਾਂ ਤੌਲੀਏ ਵਰਗੀਆਂ ਚੀਜ਼ਾਂ ਦੇ ਸੰਪਰਕ ਨਾਲ ਫੈਲਦਾ ਹੈ ਜੋ ਦੂਸ਼ਿਤ ਹੋ ਚੁੱਕੇ ਹੁੰਦੇ ਨੇ। ਇਹ ਸਾਹ ਦੀਆਂ ਬੂੰਦਾਂ ਜਿਵੇਂ ਕਿ ਖੰਘ ਤੇ ਛਿੱਕ ਰਾਹੀਂ ਵੀ ਫੈਲ ਸਕਦਾ ਹੈ। ਇਹ ਜਿਨਸੀ ਗਤੀਵਿਧੀ ਦੌਰਾਨ ਨਜ਼ਦੀਕੀ ਸੰਪਰਕ ਦੁਆਰਾ ਫੈਲਦਾ ਹੈ। ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਤਾਜ਼ਾ ਸੰਕਰਮਣ ਨੌਜਵਾਨਾਂ ਦੇ ਵਿੱਚ ਨੇ ਜੋ ਦੂਜੇ ਪੁਰਸ਼ਾਂ ਦੇ ਨਾਲ ਸੰਪਰਕ ਬਣਾਉਂਦੇ ਨੇ, ਪਰ ਵਾਇਰਸ ਕਿਸੇ ਵੀ ਵਿਅਕਤੀ ਤੋਂ ਵਿਅਕਤੀ ਦੇ ਨਜ਼ਦੀਕੀ ਸੰਪਰਕ ਦੁਆਰਾ ਪ੍ਰਭਾਵਿਤ ਕਰ ਸਕਦਾ ਹੈ। ਕੈਨੇਡਾ ਵਿੱਚ ਇੱਕ ਵੈਕਸੀਨ ਉਪਲਬਧ ਹੈ। ਹਾਲਾਂਕਿ BC ਸੈਂਟਰ ਫॉर ਡਿਸੀਜ਼ ਕੰਟਰੋਲ ਨੇ ਕਿਹਾ ਹੈ ਕਿ ਆਮ ਲੋਕਾਂ ਨੂੰ ਇਸ ਨੂੰ ਲੈਣ ਦੀ ਲੋੜ ਨਹੀਂ ਹੈ। ਟੀਕੇ ਦੀ ਵਰਤੋਂ ਮੰਕੀ ਪੌਕਸ ਦੇ ਫੈਲਣ ਦਾ ਪ੍ਰਬੰਧਨ ਕਰਨ ਤੇ ਉਹਨਾਂ ਲੋਕਾਂ ਵਿੱਚ ਗੰਭੀਰ ਬਿਮਾਰੀ ਨੂੰ ਰੋਕਣ ਲਈ ਕੀਤਾ ਜਾ ਸਕਦਾ ਹੈ ਜੋ ਸਾਹਮਣੇ ਆਏ ਨੇ। ਹਰੇਕ ਮਾਮਲੇ ਲਈ ਜਨਤਕ ਸਿਹਤ ਟੀਮਾਂ ਮੁਲਾਂਕਣ ਕਰਨਗੀਆਂ ਕਿ ਕੀ ਨਜ਼ਦੀਕੀ ਸੰਪਰਕਾਂ ਲਈ ਟੀਕਾਕਰਨ ਜ਼ਰੂਰੀ ਹੈ। ਵੈਕਸੀਨ ਦਾ ਉਹਨਾਂ ਲਈ ਕੋਈ ਲਾਭ ਨਹੀਂ ਹੁੰਦਾ ਜੋ ਪਹਿਲਾਂ ਸੰਕਰਮਿਤ ਨੇ। ਮੰਕੀ ਪੌਕਸ ਦੇ ਸੰਪਰਕ ਦੇ ਵਿੱਚ ਆਏ ਲੋਕਾਂ ਨੂੰ ਲੱਛਣਾਂ ਦੀ ਨਿਗਰਾਨੀ ਕਰਨ ਲਈ ਕਿਹਾ ਜਾਂਦਾ ਹੈ। ਮੰਕੀ ਪੌਕਸ ਦੇ ਲੱਛਣ ਐਕਸਪੋਜ਼ਰ ਤੋਂ 5 ਤੋਂ 21 ਦਿਨਾਂ ਬਾਅਦ ਦਿਖਾਈ ਦੇ ਸਕਦੇ ਨੇ। ਉਹਨਾਂ ਵਿੱਚ ਸ਼ਾਮਿਲ ਨੇ ਬੁਖਾਰ, ਸਿਰ ਦਰਦ, ਪਿੱਠ ਦਰਦ, ਫਟੀਗ, ਧੱਫੜ ਪੈਣਾ। ਜ਼ਖਮ ਅਕਸਰ ਦਰਦਨਾਕ ਤੇ ਖਾਰਿਸ਼ ਵਾਲੇ ਹੁੰਦੇ ਨੇ। ਜੇ ਤੁਸੀਂ ਇਹ ਸਾਰੇ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਡਾਕਟਰ ਨੂੰ ਦਿਖਾਓ। ਮਾਸਕ ਪਾਓ, ਕਲੀਨਿਕ ਨੂੰ ਆਪਣੇ ਜਾਣ ਤੋਂ ਪਹਿਲਾਂ ਜਾਣਕਾਰੀ ਦਿਓ ਤੇ ਦੂਜਿਆਂ ਦੇ ਨਾਲ ਜਿਨਸੀ ਸੰਪਰਕ ਸਮੇਤ ਨਜ਼ਦੀਕੀ ਸੰਪਰਕ ਨੂੰ ਸੀਮਿਤ ਕਰੋ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਿੱਧੂ ਮੂਸੇਵਾਲਾ ਬੇਸ਼ੱਕ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਹੈ, ਪਰ ਸਿੱਧੂ ਮੂਸੇਵਾਲਾ ਅੱਜ ਵੀ ਸਾਰਿਆਂ ਦੇ ਦਿਲਾਂ ਦੀ ਧੜਕਣ ਬਣ ਕੇ ਸਾਰਿਆਂ ਦੇ ਦਿਲਾਂ ਦੇ ਵਿੱਚ ਗੂੰਜ ਰਿਹਾ ਹੈ। ਸਿੱਧੂ ਮੂਸੇਵਾਲੇ ਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਫੈਨ ਫੋਲੋਇੰਗ, ਉਹਨਾਂ ਨੂੰ ਪਿਆਰ ਕਰਨ ਵਾਲੇ ਬੇਸ਼ੁਮਾਰ ਲੋਕ ਨੇ। ਕੈਨੇਡਾ ਦੇ ਟੋਰਾਂਟੋ ਦੀ ਗੱਲ ਕਰਾਂਗੇ। ਕੈਨੇਡਾ ਦੇ ਟੋਰਾਂਟੋ ਦੇ ਵਿੱਚ ਸੜਕਾਂ ਤੇ ਇੱਕ ਘੁੰਮਦੀ ਕਾਰ ਬੜਾ ਹੀ ਆਕਰਸ਼ਣ ਦਾ ਕੇਂਦਰ ਰਹੀ। ਇਹ ਕਾਰ ਦੀਆਂ ਤਸਵੀਰਾਂ ਤੁਹਾਨੂੰ ਵੀ ਦਿਖਾ ਰਿਹਾ। ਇਹ ਕਾਰ ਦੇਖੋ ਜਿਹੜੀ ਕਿ ਇਸ ਵੇਲੇ ਸੜਕਾਂ ਦੇ ਉੱਤੇ, ਟੋਰਾਂਟੋ ਦੀਆਂ ਸੜਕਾਂ ਦੇ ਉੱਤੇ ਦਿਖਾਈ ਦੇ ਰਹੀ ਹੈ। ਇਸ ਕਾਰ ਦੇ ਨੂੰ ਡਰਾਈਵ ਕਰ ਰਿਹਾ ਇੱਕ ਕਾਲੇ ਮੂਲ ਦਾ ਵਿਅਕਤੀ, ਜਿਸ ਨੇ ਕਿ ਆਪਣੀ ਗੱਡੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗਾਣਾ ਲਗਾਇਆ ਹੋਇਆ ਤੇ ਉਸਦੀ ਗੱਡੀ ਤੇ ਸਾਰੇ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਹੁਣ ਤੱਕ ਦੀਆਂ ਜਿੰਨੀਆਂ ਐਲਬਮਸ ਨੇ ਉਹਦੇ ਗੀਤਾਂ ਨੂੰ ਸਮਰਪਿਤ ਜਿਹੜੇ ਨੇ ਪੋਸਟਰ ਲਗਾਏ ਗਏ ਨੇ ਤੇ ਬਹੁਤ ਹੀ ਸੋਹਣੀ ਵਰਡਿੰਗ ਜਿਹੜੀ ਹੈ ਸਿੱਧੂ ਮੂਸੇਵਾਲਾ ਦੇ ਲਈ ਇਸ ਕਾਲੇ ਮੂਲ ਦੇ ਵਿਅਕਤੀ ਨੇ ਲਿਖੀ ਹੋਈ ਹੈ। ਜਿਵੇਂ ਹੀ ਇਹ ਗੱਡੀ ਟੋਰਾਂਟੋ ਦੀਆਂ ਸੜਕਾਂ ਦੇ ਉੱਤੇ ਘੁੰਮ ਰਹੀ ਸੀ ਤਾਂ ਲੋਕਾਂ ਦੇ ਵਿੱਚ ਆਕਰਸ਼ਣ ਦਾ ਕੇਂਦਰ ਬਣ ਰਹੀ ਸੀ। ਸਿੱਧੂ ਮੂਸੇਵਾਲੇ ਦੇ ਲਈ ਇਸ ਤਰ੍ਹਾਂ ਦਾ ਪਿਆਰ ਆਪਣੇ ਆਪ ਦੇ ਵਿੱਚ ਬੜਾ ਅਨੋਖਾ ਤੇ ਬੜਾ ਦਿਲ ਖਿੱਚਵਾਂ ਲੱਗ ਰਿਹਾ ਹੈ। ਅੱਗੇ ਦੇਖਦੇ ਹਾਂ ਸਾਡੇ ਸਹਿਯੋਗੀ ਜਸਕਰਨ ਸਿੰਘ ਦੀ ਅਹਿਮ ਮੁੱਦੇ ਤੇ ਆਧਾਰਿਤ ਗੱਲ ਅੱਜ ਦੇ।
ਅੰਤਰਰਾਸ਼ਟਰੀ ਸਟੂਡੈਂਟ ਇੱਥੇ ਆਉਂਦੇ ਆ ਜਾਂ ਵਰਕ ਪਰਮਿਟ ਦੇ ਉੱਤੇ ਕੋਈ ਵੀ ਵਿਅਕਤੀ ਇੱਥੇ ਆਉਂਦਾ ਆ, ਉਹ ਕਈ ਵਾਰੀ ਇਹ ਚੀਜ਼ ਦੇਖਦਾ ਕਿ ਕਿਸ ਥਾਂ ਦੇ ਉੱਤੇ ਕੈਨੇਡਾ ਦੇ ਵਿੱਚ ਪੱਕੇ ਸੌਖਿਆਂ ਹੋਇਆ ਜਾ ਸਕਦਾ। ਹਰ ਇੱਕ ਪ੍ਰੋਵਿੰਸ ਦੇ ਆਪਣੇ ਨਿਯਮ ਨੇ, ਕੁਝ ਫੈਡਰਲ ਸਰਕਾਰ ਦੇ ਨਿਯਮ ਨੇ, ਕੁਝ ਪ੍ਰੋਵਿੰਸ ਦੇ ਆਪਣੇ ਨਿਯਮ ਨੇ। ਕੁਝ ਪ੍ਰੋਵਿੰਸ ਦੇ ਵਿੱਚ ਵਿਦਿਆਰਥੀਆਂ ਦੇ ਲਈ PR ਲੈਣੀ ਸੌਖੀ ਸੀ ਜਾਂ ਪੱਕਾ ਹੋਣਾ ਸੌਖਾ ਸੀ। ਉੱਥੇ ਪੱਕਾ ਹੋਣਾ ਸੌਖਾ ਕਿਉਂ ਆ? ਉੱਥੇ ਪੱਕਾ ਹੋਣਾ ਇਸ ਕਰਕੇ ਸੌਖਾ ਆ ਕਿਉਂਕਿ ਕੈਨੇਡਾ ਦੀ ਸਰਕਾਰ ਚਾਹੁੰਦੀ ਆ ਕਿ ਉਹ ਪ੍ਰੋਵਿੰਸ, ਉਹ ਸੂਬੇ, ਉਹ ਰਾਜ ਜਿਨ੍ਹਾਂ ਦੇ ਵਿੱਚ ਪਾਪੂਲੇਸ਼ਨ ਘੱਟ ਆ, ਉੱਥੇ ਜਾ ਕੇ ਲੋਕ ਵਸਣ, ਉੱਥੇ ਸੌਖ ਦੇ ਦਿੰਦੇ ਆ, ਅਤੇ ਉੱਥੇ ਜਾ ਕੇ ਲੋਕ ਸੌਖੇ ਪੱਕੇ ਹੋ ਕੇ ਉੱਥੇ ਰਹਿਣ ਲੱਗ ਜਾਂਦੇ ਆ, ਅਤੇ ਆਬਾਦੀ ਜਿਹੜੀ ਆ ਇਕੁਅਲ ਡਿਸਟਰੀਬਿਊਟ ਹੋ ਜਾਂਦੀ ਆ। ਨਹੀਂ ਤਾਂ ਸਾਰੇ ਲੋਕ ਟੋਰਾਂਟੋ, ਵੈਨਕੂਵਰ ਇਹਨਾਂ ਥਾਵਾਂ ਦੇ ਉੱਤੇ ਆ ਰਹੇ ਆ। ਇੱਥੇ ਪੱਕਾ ਹੋਣਾ ਥੋੜ੍ਹਾ ਜਿਹਾ ਮੁਸ਼ਕਿਲ ਆ, ਇੱਥੋਂ ਤੱਕ ਕਿ ਇੱਕ ਸੂਬੇ ਦੇ ਵਿੱਚ ਵੀ ਇਲਾਕਿਆਂ ਦੇ ਹਿਸਾਬ ਨਾਲ ਜਿਹੜੇ ਨਿਯਮ ਆ ਉਹ ਵੱਖਰੇ ਵੱਖਰੇ ਹੁੰਦੇ ਆ ਕਿ ਜੇਕਰ ਕੋਈ ਵੈਨਕੂਵਰ ਦੇ ਵਿੱਚ ਰਹਿ ਰਿਹਾ ਸਟੂਡੈਂਟ ਤਾਂ ਉਹਦੇ ਲਈ ਪੁਆਇੰਟ ਹੋਰ ਨੇ, ਜੇਕਰ ਥੋੜ੍ਹਾ ਜਿਹਾ ਪਾਸੇ ਕਿਤੇ ਰਹਿ ਰਿਹਾ ਜਾ ਕੇ ਓਕਨਾਗਨ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਕਿਸੇ ਹੋਰ ਇਲਾਕੇ ਦੇ ਵਿੱਚ ਰਹਿ ਰਿਹਾ ਤਾਂ ਉਹਦੇ ਵਿੱਚ ਵੀ ਕਈ ਵਾਰੀ ਪੁਆਇੰਟਾਂ ਦਾ ਫਰਕ ਪੈਂਦਾ। ਹੁੰਦਾ ਕੀ ਆ, ਲੋਕ ਬਹੁਤੇ ਆਉਂਦੇ ਆ ਕੇ ਪੜ੍ਹਦੇ ਕਿਤੇ ਆ, ਰਹਿੰਦੇ ਕਿਤੇ ਆ, ਅਤੇ ਫਿਰ ਪੱਕੇ ਹੋਣ ਦੇ ਲਈ ਕਿਸੇ ਹੋਰ ਸੂਬੇ ਦੇ ਵਿੱਚ ਮੂਵ ਹੋ ਜਾਂਦੇ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਚਲੇ ਜਾਂਦੇ ਆ। ਇਹ ਇੱਕ ਆਮ ਪ੍ਰੈਕਟਿਸ ਇੱਥੇ ਦੇਖੀ ਗਈ ਹੈ, ਪਰ ਸਰਕਾਰਾਂ ਕਹਿੰਦੀਆਂ ਕਿ ਬੰਦਾ ਸਿੱਧਾ ਉੱਥੇ ਹੀ ਆਵੇ, ਉੱਥੇ ਹੀ ਪੜ੍ਹੇ ਅਤੇ ਉੱਥੇ ਹੀ ਫਿਰ ਮੁੜ ਕੇ ਪੱਕਾ ਹੋ ਕੇ ਰਵੇ। ਉਹਨਾਂ ਦਾ ਯਤਨ ਇਹ ਆ। ਇਸ ਯਤਨ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਕੁਝ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ। ਨੋਵਾ ਸਕੋਸ਼ੀਆ ਸਰਕਾਰ ਨੇ ਜਿਹੜੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਦੇ ਇੱਕ ਫਾਸਟ ਟਰੈਕ ਪ੍ਰੋਗਰਾਮ ਸੀ, ਉਹਦੇ ਵਿੱਚ ਇੱਕ ਤਬਦੀਲੀ ਕੀਤੀ ਹੈ। ਉਸ ਤਬਦੀਲੀ ਦਾ ਅਸਰ ਬਹੁਤ ਲੋਕਾਂ ਦੇ ਉੱਤੇ ਹੋਇਆ, ਖਾਸ ਕਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ ਉਹਨਾਂ ਦੇ ਉੱਤੇ ਦਾ ਬਹੁਤ ਸਿੱਧਾ ਅਸਰ ਪਿਆ। ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਪ੍ਰੋਗਰਾਮ NSEEE, ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਜਦੋਂ ਪੜ੍ਹਾਈ ਖਤਮ ਕਰ ਲੈਂਦੇ ਨੇ, ਪੜ੍ਹਾਈ ਖਤਮ ਕਰਨ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਵਿੱਚ ਕੰਮ ਕਰਨ ਦੇ ਲਈ ਅਪਲਾਈ ਕਰਦੇ ਆ। 1 ਸਾਲ ਇੱਥੇ ਕੰਮ ਕਰਦੇ ਆ ਅਤੇ 1 ਸਾਲ ਕੰਮ ਕਰਨ ਤੋਂ ਬਾਅਦ PR ਲੈਣ ਦੇ ਲਈ ਉਹ ਐਲੀਜੀਬਲ ਹੋ ਜਾਂਦੇ ਆ ਅਤੇ ਆਪਣੀ PR ਲੈ ਲੈਂਦੇ ਆ। ਨੋਵਾ ਸਕੋਸ਼ੀਆ ਤੋਂ ਬਾਹਰ ਮੰਨ ਲਓ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਇੱਥੇ ਜਿਹੜਾ 2 ਸਾਲ ਲੱਗ ਜਾਂਦੇ ਆ PR ਦੇ ਲਈ, ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹਦੇ ਲਈ ਐਲੀਜੀਬਲ ਹੋਣ ਦੇ ਲਈ ਉੱਥੇ ਜਾ ਕੇ ਸਾਲ ਬਚ ਜਾਂਦਾ। ਲੋਕ ਕੀ ਕਰਦੇ ਸੀ, ਜਿਹੜੀ ਲੇਬਰ ਅਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਨੇ 9 ਜੂਨ ਤੋਂ ਇਹ ਫੈਸਲਾ ਕੀਤਾ ਕਿ ਅਸੀਂ ਉਹਨਾਂ ਨੂੰ ਹੀ ਵਰਕ ਪਰਮਿਟ ਦੇਵਾਂਗੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਦੇ ਵਿੱਚ ਕੀਤੀ ਹੈ। ਲੋਕ ਕੀ ਕਰਦੇ ਸੀ, ਪੜ੍ਹਦੇ ਕਿਤੇ ਹੋਰ ਸੀ, ਉਹਦੇ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਵਿੱਚ ਜਾ ਕੇ 1 ਸਾਲ ਕੰਮ ਕਰਕੇ PR ਹੋ ਜਾਂਦੇ ਸੀ। ਹੁਣ ਉਹਨਾਂ ਨੇ ਕਹਿ ਦਿੱਤਾ 9 ਜੂਨ ਤੋਂ ਕਿ ਤੁਸੀਂ ਜਿਹੜੀ ਲੇਬਰ ਅਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਸਿਰਫ ਉਹ ਐਪਲੀਕੈਂਟ ਹੀ, ਉਹਨਾਂ ਨੂੰ ਹੀ ਵਰਕ ਪਰਮਿਟ ਦਿੱਤਾ ਜਾਊਗਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਦੇ ਵਿੱਚੋਂ ਪੂਰੀ ਕੀਤੀ ਹੈ। ਹੁਣ ਇਹਦੇ ਨਾਲ ਜਿਹੜੇ ਲੋਕ ਇਹ ਆਸ ਲਾ ਕੇ ਬੈਠੇ ਸੀ ਕਿ ਉੱਥੇ ਜਾ ਕੇ 1 ਸਾਲ ਕੰਮ ਕਰਨ ਤੋਂ ਬਾਅਦ ਪੱਕੇ ਹੋ ਜਾਣਗੇ, ਜਾਂ ਜਿਹੜੇ ਉੱਥੇ ਕੰਮ ਕਰ ਰਹੇ ਸੀ ਕਿ ਪੜ੍ਹ ਅਸੀਂ ਕਿਤੇ ਹੋਰ ਲਿਆ, 1 ਸਾਲ ਕੰਮ ਇੱਥੇ ਕਰਕੇ ਵਰਕ ਪਰਮਿਟ ਲੈ ਲਾਂਗੇ ਅਤੇ ਫਿਰ ਇੱਥੇ ਪੱਕੇ ਹੋ ਜਾਣਗੇ, ਇਹ ਨਿਯਮ ਬਦਲ ਦੇ ਨਾਲ ਸਿੱਧਾ ਸਿੱਧਾ ਉਹਨਾਂ ਦੇ ਉੱਤੇ ਵੀ ਅਸਰ ਪੈ ਗਿਆ। ਬਹੁਤ ਸਾਰੇ ਲੋਕ ਜਿਹਨਾਂ ਨੇ ਗ੍ਰੈਜੂਏਸ਼ਨ ਦੂਜਿਆਂ ਪ੍ਰੋਵਿੰਸਿਸ ਤੋਂ ਕੀਤੀ ਸੀ, ਜਿਹੜੇ ਉਹਨਾਂ ਦੀਆਂ ਐਪਲੀਕੇਸ਼ਨਸ 8 ਜੂਨ ਅੱਧੀ ਰਾਤ ਤੱਕ ਹੀ ਉਹਨਾਂ ਨੇ ਸਵੀਕਾਰ ਕੀਤੀਆਂ। ਉਸ ਤੋਂ ਬਾਅਦ ਨਹੀਂ। ਐਕਸਪ੍ਰੈਸ ਐਂਟਰੀ ਪ੍ਰੋਗਰਾਮ ਪਿਛਲੇ 3-4 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਹੋਇਆ ਸੀ। 2019 ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਸੀਗਾ, ਇਹਦੇ ਤਹਿਤ 600 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਸੀ, ਜਿਨ੍ਹਾਂ ਤੋਂ ਅੱਧੇ ਤੋਂ ਵੱਧ ਨੇ ਨੋਵਾ ਸਕੋਸ਼ੀਆ ਦੇ ਵਿੱਚ ਹੀ ਪੜ੍ਹਾਈ ਕੀਤੀ ਸੀ। 2021 ਦੇ ਵਿੱਚ ਰੁਝਾਨ ਬਦਲ ਗਿਆ। 1500 ਦੇ ਕਰੀਬ ਅੰਤਰਰਾਸ਼ਟਰੀ ਸਟੂਡੈਂਟ ਜਿਹੜੇ ਵਰਕਰ ਸੀਗੇ ਉੱਥੇ ਕੰਮ ਕਰਨ ਵਾਲੇ, ਉਹਨਾਂ ਦੇ ਵਿੱਚੋਂ ਸਿਰਫ 434 ਜਣਿਆਂ ਨੇ ਨੋਵਾ ਸਕੋਸ਼ੀਆ ਦੇ ਵਿੱਚੋਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ। ਮਤਲਬ 434 ਸਿਰਫ ਨੋਵਾ ਸਕੋਸ਼ੀਆ 'ਚ ਪੜ੍ਹੇ ਸੀ, ਬਾਕੀ 1500 ਦੇ ਵਿੱਚੋਂ ਸਾਰੇ ਦੇ ਸਾਰੇ ਬਾਕੀ ਸੂਬਿਆਂ ਦੇ ਵਿੱਚੋਂ ਇੱਥੇ ਆਏ ਸੀ, ਅਤੇ ਆਏ ਉਹ ਸਿਰਫ PR ਲੈਣ ਦੇ ਲਈ ਸੀ। ਜਿਹੜੀ ਸਰਕਾਰ ਆ ਉਹਦੇ ਬੁਲਾਰੇ ਦੱਸ ਰਿਹਾ ਇਸ ਵੇਲੇ ਕਿ ਬਹੁਤੇ ਵਿਦਿਆਰਥੀ ਉੱਥੇ ਓਨਟਾਰੀਓ ਦੇ ਵਿੱਚੋਂ ਆਏ ਸੀ, ਅਤੇ ਬਹੁਤੇ ਜਿਹੜੇ ਵੱਖ-ਵੱਖ ਸੈਕਟਰਸ ਦੇ ਵਿੱਚ ਕੰਮ ਕਰ ਰਹੇ ਸੀ। ਹੁਣ ਇਹਦੇ ਤੋਂ ਬਾਅਦ ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਸੀ, ਜਾਂ ਜਿਹੜੇ ਘੱਟੋ ਘੱਟ ਉਹ ਲੋਕ ਉਹ ਸਟੂਡੈਂਟ ਜਿਹੜੇ ਖਾਸ ਕਰ ਉੱਥੇ ਕੰਮ ਕਰ ਰਹੇ ਸੀ, ਇਸ ਆਸ ਦੇ ਨਾਲ ਕਿ ਸਾਡਾ ਹੁਣ ਸਾਲ ਪੂਰਾ ਹੋਣ ਵਾਲਾ ਹੈ, ਜਦੋਂ ਸਾਲ ਪੂਰਾ ਹੋ ਗਿਆ ਉਸ ਤੋਂ ਬਾਅਦ ਵਰਕ ਪਰਮਿਟ ਲੈ ਲਾਂਗੇ, ਉਹ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਜਦੋਂ ਨਿਯਮ ਆ ਗਿਆ ਤਾਂ ਹੁਣ ਉਹਨਾਂ ਦੇ ਲਈ ਇਹ ਸਮੱਸਿਆ ਆ ਗਈ। ਨਾ ਤਾਂ ਪਿੱਛੇ ਆਉਣ ਜੋਗੇ ਆ, ਦੁਬਾਰਾ ਆਉਂਦੇ ਆ ਤਾਂ ਇੱਥੇ ਫਿਰ ਉਸੇ ਤਰ੍ਹਾਂ ਕੰਮ ਕਰਨਾ ਪਊਗਾ, ਕੰਮ ਉਹ ਉੱਥੇ ਸੈੱਟ ਕਰ ਚੁੱਕੇ ਆ। ਸੋ ਸਿੱਧਾ ਸਿੱਧਾ ਹੁਣ ਸਰਕਾਰ ਦਾ ਕਹਿਣਾ ਕਿ ਜਿਹੜੀ ਤਬਦੀਲੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਜਿਹੜੇ ਇਹ ਘੱਟ ਵਿਦਿਆਰਥੀ ਨੋਵਾ ਸਕੋਸ਼ੀਆ ਦੇ ਵਿੱਚ ਆਉਣਗੇ, ਸੂਬੇ ਦੇ ਵਿੱਚ PR ਸਿਸਟਮ ਨੂੰ ਤੇਜ਼ ਕਰਕੇ ਵੱਡੇ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਉਹ ਇੱਥੇ ਆਏ ਸੀਗੇ। ਦੂਜਾ ਇਹਦੇ ਨਾਲ ਕਾਮਿਆਂ ਦੀ ਘਾਟ ਵੀ ਉੱਥੇ ਹੈਗੀ ਆ, ਅਤੇ ਹੁਣ ਉਹਦੇ 'ਤੇ ਵੀ ਇਹਦਾ ਅਸਰ ਸਿੱਧਾ ਸਿੱਧਾ ਪੈ ਸਕਦਾ ਹੈ। ਸੂਬੇ ਦੀ ਜਿਹੜੀ ਲੇਬਰ ਸਕਿੱਲਸ ਅਤੇ ਇਮੀਗ੍ਰੇਸ਼ਨ ਉੱਥੋਂ ਦੇ ਮਿਨਿਸਟਰ ਆ ਬਿਲ ਬਾਲਸਰ, ਉਹਨਾਂ ਨੇ ਕਿਹਾ ਕਿ ਇਹ
ਇਸ ਕਰਕੇ ਅਸੀਂ ਤਬਦੀਲੀ ਕੀਤੀ ਹੈ ਤਾਂ ਕਿ PR ਹੋਣ ਤੋਂ ਬਾਅਦ ਲੋਕਾਂ ਨੂੰ ਨੋਵਾ ਸਕੋਸ਼ੀਆ ਦੇ ਵਿੱਚ ਹੀ ਟਿਕਾਇਆ ਜਾ ਸਕੇ, ਕਿਉਂਕਿ ਜਦੋਂ ਬੰਦਾ 2 ਸਾਲ ਪੜ੍ਹਾਈ ਕਰ ਲੈਂਦਾ, ਸਾਲ ਉੱਥੇ ਕੰਮ ਕਰ ਲੈਂਦਾ, ਬਹੁਤੇ ਲੋਕ ਉੱਥੇ ਟਿਕ ਜਾਂਦੇ ਆ, ਉਹਨਾਂ ਦਾ ਸਰਕਲ ਉੱਥੇ ਬਣ ਜਾਂਦਾ ਤੇ ਉਹ ਉੱਥੇ ਜਿਹੜੇ ਰਹਿਣ ਲੱਗ ਪੈਂਦੇ ਆ। ਜਿਹੜੇ ਬਾਹਰੋਂ ਪੜ੍ਹ ਕੇ ਉੱਥੇ ਆ ਕੇ PR ਲੈਂਦੇ, ਉਹਨਾਂ ਦੇ ਚਾਂਸਸ ਇਸ ਗੱਲ ਦੇ ਜ਼ਿਆਦਾ ਹੁੰਦੇ ਆ ਕਿ ਉਹ ਦੁਬਾਰਾ ਜਿਹੜੇ ਵਾਪਸ ਉੱਥੇ ਫੇਰ ਚਲੇ ਜਾਣ। ਸੋ ਇਸ ਵੇਲੇ ਇੱਕ ਇਸ ਨਿਯਮ ਦੇ ਵਿੱਚ ਤਬਦੀਲੀ ਦੇ ਨਾਲ ਵੱਡੀ ਸਮੱਸਿਆ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਜਿਹੜੀ ਇਸ ਵੇਲੇ ਹੋ ਰਹੀ ਹੈ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇੱਕ ਖਬਰ ਰਿਲੇਟਡ ਹੈਗੀ ਹੈ ਸਾਡੇ ਅਲਬਰਟਾ ਲੈਜਿਸਲੇਚਰ ਦੇ ਨਾਲ। ਉੱਥੇ NDP ਦਾ ਇੱਕ MLA ਟਾਮਸ ਡੈਂਗ, ਉਹਨੂੰ NDP ਪਾਰਟੀ ਨੇ ਆਪਣੇ ਕਾਕਸ ਵਿੱਚੋਂ ਬਾਹਰ ਕਰ ਦਿੱਤਾ ਸੀਗਾ ਤੇ ਉਹ ਉਦੋਂ ਦਾ ਇੰਡੀਪੈਂਡੈਂਟ ਦੇ ਤੌਰ ਤੇ ਹੀ ਲੈਜਿਸਲੇਚਰ ਵਿੱਚ ਬੈਠਦਾ ਸੀ। ਐਡਮਿੰਟਨ ਸਾਊਥ ਤੋਂ MLA ਚੁਣ ਹੋਇਆ ਹੈ ਜੀ। ਉਹਦਾ ਕਾਰਨ ਇਹ ਹੋਇਆ ਸੀਗਾ ਵੀ ਉਹਦੇ ਇੱਕ ਕੰਸਟੀਚੁਐਂਟਸ ਨੇ ਉਹਨੂੰ ਮਤਲਬ ਇੱਕ ਈਮੇਲ ਰਾਹੀਂ ਉਹਨੂੰ ਚੁਕੰਨਾ ਕੀਤਾ ਕਿ ਜਿਹੜੀ ਅਲਬਰਟਾ ਹੈਲਥ ਵਾਲਿਆਂ ਦੀ ਵੈਬਸਾਈਟ ਆ ਉਹ ਹੈਕ ਹੋ ਸਕਦੀ, ਯਾਨੀ ਕਿ ਕੋਈ ਨਾ ਕੋਈ ਬੰਦਾ ਜਿਹੜਾ ਉਹਦੇ 'ਚ ਜਾ ਕੇ ਜਾਣਕਾਰੀ ਲੋਕਾਂ ਬਾਰੇ ਲੈ ਸਕਦਾ, ਉਹਨਾਂ ਦਾ ਪ੍ਰਾਈਵੇਟ ਜਿਹੜਾ ਡਾਟਾ ਹੈਗਾ ਉਹ ਚੋਰੀ ਕੀਤਾ ਜਾ ਸਕਦਾ। ਅੱਛਾ, ਉਹਨੇ ਉਹ ਗੱਲ ਆਪਣੀ ਗਾਂ ਕਾਕਸ ਨੂੰ ਨਾ ਦੱਸੀ, ਸਗੋਂ ਆਪ ਹੀ ਆਪਣੇ ਕੰਪਿਊਟਰ ਦੇ ਉੱਤੋਂ ਉਹਨੇ ਉਹ ਵੈਬਸਾਈਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਅਲਬਰਟਾ ਹੈਲਥ ਵਾਲੀ ਨੂੰ। ਔਰ ਜਦੋਂ ਉਹਨੂੰ ਉਹਦੇ ਵਿੱਚ ਕੁਝ ਅੜਿੱਕੇ ਆਉਂਦੇ ਦਿਸੇ ਤਾਂ ਉਹਨੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਦੀ ਜਿਹੜੀ ਡੇਟ ਆਫ ਬਰਥ ਆ ਉਹਨੂੰ ਯੂਜ਼ ਕਰਕੇ ਤੇ ਉਹ ਉਸ ਸਾਈਟ ਵਿੱਚ ਚਲਾ ਗਿਆ। ਅੱਛਾ, ਉਹਨੂੰ ਪਤਾ ਲੱਗ ਗਿਆ ਵੀ ਹਾਂ ਵੀ ਇਹਦੇ ਵਿੱਚ ਲੂਪ ਹੋਲ ਹੈਗਾ। ਜਿਉਂ ਹੀ ਉਹਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ NDP ਪਾਰਟੀ ਦੇ ਕਾਕਸ ਨੂੰ ਉਹ ਗੱਲ ਜਿਹੜੀ ਹੈ ਜੀ ਕਲੀਅਰ ਕਰ ਦਿੱਤੀ ਵੀ ਮੈਂ ਇੱਦਾਂ ਕੀਤਾ, ਤੇ ਜਿਹਦੇ ਤੋਂ NDP ਕਾਕਸ ਨੂੰ ਇਹ ਮਹਿਸੂਸ ਹੋਇਆ ਵੀ ਇਹਨੇ ਇਹ ਗਲਤ ਕੰਮ ਕੀਤਾ। ਉਹਨਾਂ ਨੇ ਉਹਨੂੰ ਇੱਕਦਮ ਜਿਹੜਾ ਕਾਕਸ ਤੋਂ ਬਾਹਰ ਕਰ ਦਿੱਤਾ ਤੇ RCMP ਵਾਲਿਆਂ ਨੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਤੇ ਹੁਣ RCMP ਨੇ ਛਾਣਬੀਣ ਕਰਨ ਤੋਂ ਬਾਅਦ ਜਿਹੜਾ ਸਾਰਾ ਸੀਗੀ ਜੀ ਉਹਦਾ ਰਿਜ਼ਲਟ ਉਹ ਉਹਨਾਂ ਨੇ ਪ੍ਰੋਸੀਕਿਊਟਰ ਨੂੰ ਦੇ ਦਿੱਤੇ ਆ ਤੇ ਪ੍ਰੋਸੀਕਿਊਟਰ ਨੇ ਫੈਸਲਾ ਕਰਨਾ ਹੈ ਵੀ ਉਹਨੂੰ ਟਾਮਸ ਡੈਂਗ ਨੂੰ ਪ੍ਰੋਸੀਕਿਊਟ ਕਰਨਾ ਜਾਂ ਨਹੀਂ ਕਰਨਾ। ਪਰ ਕੱਲ ਜਿਹੜਾ ਟਾਮਸ ਡੈਂਗ ਹੈ ਜੀ ਉਹਨੇ ਆਪ ਹੀ ਇਹ ਬਿਆਨ ਦਿੱਤਾ ਔਰ ਉਹਨੇ ਕਿਹਾ ਕਿ ਉਹਨੂੰ ਇਹ ਪਤਾ ਲੱਗਾ ਵੀ ਉਹਨਾਂ ਨੇ ਮੈਨੂੰ ਹੁਣ ਚਾਰਜ ਨਹੀਂ ਕਰਨਾ ਉਸ ਗੱਲਬਾਤ ਲਈ ਤੇ ਉਹ ਮੁੜ ਦੁਬਾਰਾ NDP ਕਾਕਸ ਦੇ ਵਿੱਚ ਜਾਣਾ ਚਾਹੁੰਦਾ ਹੈ। ਜਦੋਂ ਇਹੀ ਗੱਲ ਰੇਚਲ ਨੌਟਲੀ ਜੋ ਕੈਲਗਰੀ ਵਿੱਚ ਗਈ ਹੋਈ ਸੀ, ਉਹਨਾਂ ਨੂੰ ਪੁੱਛਿਆ ਕਿ ਭਾਈ ਤੁਹਾਡਾ ਉਹ MLA ਮੁੜ ਦੁਬਾਰਾ ਕਾਕਸ ਵਿੱਚ ਆਉਣਾ ਚਾਹੁੰਦਾ, ਤੁਸੀਂ ਕਿਵੇਂ ਉਹਨੂੰ ਆਉਣ ਦਿਓਗੇ? ਤੇ ਉਹਨੇ ਕਿਹਾ ਵੀ ਮੈਨੂੰ ਹਜੇ ਉਹ ਸਾਰੀ ਡਿਵੈਲਪਮੈਂਟ ਦਾ ਨਹੀਂ ਪਤਾ ਕਿ ਕੀ ਗੱਲਬਾਤ ਹੋਈ ਹੈ ਲੇਟਲੀ। ਜਿਉਂ ਹੀ ਉਹਦੀ ਛਾਣਬੀਣ ਹੁੰਦੀ ਆ ਤੇ ਅਸੀਂ ਉਹਦੇ ਤੇ ਫੈਸਲਾ ਕਰਾਂਗੇ। ਪਰ ਜਿਹੜੇ UCP ਪਾਰਟੀ ਦੇ ਮੈਂਬਰ ਹੈਗੇ ਆ ਜੀ, ਉਹ ਕਹਿੰਦੇ ਵੀ ਉਹਨੂੰ ਕਾਕਸ ਵਿੱਚ ਇਹਨਾਂ ਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਨੇ ਇਹ ਜਿਹੜੀ ਗੱਲਬਾਤ ਕੀਤੀ ਸੀ ਉਹ ਠੀਕ ਨਹੀਂ ਸੀ ਹੈ ਵਗੈਰਾ ਵਗੈਰਾ। ਸੋ ਹੁਣ ਸਾਰੀ ਗੱਲ, ਪਹਿਲੀ ਗੱਲ ਤਾਂ ਜੀ ਡਿਪੈਂਡ ਕਰਦੀ ਹੈ, ਉਹਨੂੰ ਫਾਈਨ ਜ਼ਰੂਰ ਕੀਤਾ ਜਾਏਗਾ ਪਰ ਉਹ ਹਜੇ ਡਿਟਰਮਨ ਨਹੀਂ ਕੀਤਾ ਵੀ ਉਹਨੂੰ ਕਿੰਨਾ ਜੁਰਮਾਨਾ ਕੀਤਾ ਜਾਣਾ। ਉਹ ਹੋ ਸਕਦਾ ਜੀ ਪ੍ਰੋਸੀਕਿਊਟਰ ਕਰੇ ਵੀ ਉਹਨੇ ਕਿਉਂਕਿ ਇੱਕ ਜਿਹੜਾ ਕਾਨੂੰਨ ਜਿਹੜਾ ਤੋੜਿਆ ਹੈਗਾ ਉਹਦੇ ਉਹਨੂੰ ਜੁਰਮਾਨਾ ਕੀਤਾ ਜਾਏਗਾ। ਪਰ ਉਹ ਬੜਾ ਇੱਛਕ ਹੈ ਇਸ ਵੇਲੇ ਟਾਮਸ ਡੈਂਗ ਪੇ ਜਲਦ ਤੋਂ ਜਲਦ ਅਗਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹ ਗੱਲਬਾਤ ਪਾਸੇ ਹੋ ਗਈ ਆ ਤੇ ਉਹ ਦੁਬਾਰਾ ਫਿਰ ਇਲੈਕਸ਼ਨ ਲੜ ਸਕੇਗਾ। ਐਡਮਿੰਟਨ ਸਾਊਥ ਤੋਂ ਉਹ ਪਹਿਲਾਂ ਵੀ MLA ਚੁਣ ਹੋਇਆ ਜੀ ਤੇ ਉਹ ਦੁਬਾਰਾ ਲੜਨ ਦਾ ਇੱਛਕ ਹੈਗਾ ਤੇ ਇਹ ਸਾਰੀ ਗੱਲਬਾਤ ਦਾ ਜਦੋਂ ਸਪਸ਼ਟ ਹੋ ਜਾਏਗੀ ਤਾਂ ਫਿਰ ਉਹਦੇ ਤੇ ਫੈਸਲਾ ਕੀਤਾ ਜਾਏਗਾ। ਔਰ ਦੂਸਰੀ ਖਬਰ ਹੈ ਜੀ ਵੀ ਸਾਡਾ ਐਡਮਿੰਟਨ ਸ਼ਹਿਰ ਬੜਾ ਇਸ ਗੱਲ ਤੋਂ ਉਤਾਵਲਾ ਸੀ ਕਿ ਐਡਮਿੰਟਨ ਸ਼ਹਿਰ ਨੂੰ ਵੀ FIFA ਵੱਲੋਂ ਜਿਹੜਾ 2026 ਦੇ ਵਿੱਚ ਵਰਲਡ ਕੱਪ ਹੋਣ ਜਾ ਰਿਹਾ ਸੌਕਰ ਦਾ, ਉਹਦੇ ਲਈ ਐਡਮਿੰਟਨ ਦੇ ਵਿੱਚ ਵੀ ਕੁਝ ਗੇਮਾਂ ਖੇਡੀਆਂ ਜਾਣਗੀਆਂ। ਪਰ ਉਹ ਕੱਲ ਬਹੁਤ ਨਿਰਾਸ਼ਾ ਹੋਈ ਜਦੋਂ ਇਹ ਗੱਲ ਜਾਣੀ ਗਈ ਕਿ ਐਡਮਿੰਟਨ ਦਾ ਨਾਂ ਉਹਨਾਂ ਸ਼ਹਿਰਾਂ ਵਿੱਚ ਨਹੀਂ ਆਇਆ। ਵੈਨਕੂਵਰ ਤੇ ਟੋਰਾਂਟੋ ਦੇ ਵਿੱਚ ਉਹ ਜਿਹੜੀਆਂ ਖੇਡਾਂ ਉਹ ਖੇਡੀਆਂ ਜਾਣਗੀਆਂ। ਇਹ 3 ਮੁਲਕਾਂ ਦੇ ਵਿੱਚ ਕੱਪ ਖੇਡਿਆ ਜਾਣਾ ਜੀ ਕਿਉਂਕਿ ਉਹ 48 ਟੀਮਾਂ ਹੋ ਗਈਆਂ ਨੇ ਜਿਹਦੇ ਵਿੱਚ ਕੀ ਕਹਿੰਦੇ 3 ਦੇਸ਼ ਜਿਹੜੇ ਜਿੱਥੇ ਖੇਡਿਆ ਜਾਣਾ, ਇਹ ਮੈਕਸੀਕੋ,
ਯੂਨਾਈਟਿਡ ਸਟੇਟਸ ਆਫ ਅਮਰੀਕਾ ਤੇ ਕੈਨੇਡਾ। ਸੋ ਹੁਣ ਉਹਦੇ ਬਾਰੇ ਲੋਕਾਂ ਨੂੰ ਇਹ ਹੋਇਆ ਵੀ ਅਸੀਂ ਟਿਕਟਾਂ ਜਿਹੜੀਆਂ ਉਹ ਕਦੋਂ ਲਈਏ ਤੇ ਕਿੱਥੋਂ ਲਈਏ, ਕਿਤੇ ਇਹ ਨਾ ਹੋਵੇ ਵੀ ਸਾਨੂੰ ਟਿਕਟਾਂ ਨਾ ਮਿਲਣ ਜਿਹੜੇ ਮੈਚ ਦੇਖਣ ਵਾਲੇ ਆ। ਤੇ ਸ਼ਹਿਰ ਜਿਹੜੇ ਆ ਖੁਸ਼ੀ ਦਾ ਮਾਹੌਲ ਆ ਦੋਨਾਂ ਸ਼ਹਿਰਾਂ ਵਿੱਚ, ਔਰ ਉਹਨਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਹੋ ਗਈਆਂ ਨੇ। ਪਰ ਐਡਮਿੰਟਨ ਦੇ ਵਿੱਚ ਇਸ ਗੱਲ ਦੀ ਪੂਰੀ ਉਦਾਸੀ ਆ ਜੀ, ਖਾਸ ਕਰਕੇ ਜਿਹੜੇ ਸੌਕਰ ਫੈਨਸ ਆ, ਕਿਉਂਕਿ ਲਾਸਟ ਮੈਚ ਜਿਹੜਾ ਮੈਕਸੀਕੋ ਦੇ ਨਾਲ ਸੀ ਉਹ ਕੈਨੇਡਾ ਨੇ ਇੱਥੇ ਐਡਮਿੰਟਨ ਸ਼ਹਿਰ ਵਿੱਚ ਹੀ ਜਿੱਤਿਆ ਸੀਗਾ। ਸੋ ਇਸੇ ਕਰਕੇ ਆਸ ਬੱਝੀ ਸੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।